ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੀ ਤਿਹਾ ਹਮ ਕਰੀ ਵਖਿਆਣ। ਸੋ ਕੋ ਟਲ ਗੁਰ ਸੇਵੀਐ, ਅਹਨਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੇ। ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ ਕੱਟੀ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਪਹਿਲ ਪੁਰੀਏ ਪੁੰਡਰਕ ਵਨਾ, ਤਾਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੂ ਹਰ ਹਰ, ਨਾਚਨ ਤੇ ਨਾਚਨਾ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ, ਨਾਚਨ ਤੇ ਨਾਚਨਾ। ਪਹਿਲ ਪੁਰਸਾ ਬੇਰਾ, ਅਥੋਨ ਪੁਰਸਾਦ ਮਰਾ। ਅਸਗਾ ਅਸ ਉਸਗਾ, ਹਰ ਕਾ ਬਾਗਰਾ। ਨਾਚੈ ਪਿੰਦੇ ਮਹਿ ਸਾਗਰਾ। ਰਹਾਉ ਨਾਚਨ ਤੇ ਗੋਪੀ ਜਨਾ, ਨਈਆ ਤੇ ਬੈਰੇ ਕੰਨਾ। ਤਰਕ ਨਾਚਾ ਭਰਮੀਆ ਚਾ, ਕੇਸਵਾ ਬਚਉਨੀ। ਅਈਏ ਮਈਏ ਏਕ ਆਣ ਜਿਉ, ਪਿੰਦੇ ਉਪਗਲੇ ਸੰਸਾਰਾ। ਭ੍ਰਮ ਭ੍ਰਮ ਆਏ ਤੁਮਚੇ ਦੁਆਰਾ। ਤੂੰ ਕੌਣ ਰੇ
ਮੈਂ ਜੇ ਨਾਮਾ ਹੋ ਜੇ ਆਲਾ ਤੇ ਨਿਵਾਰਣਾ ਜਮ ਕਾਰਣਾ ਪਿੰਦੇ ਉਪਕਲੇ ਸੰਸਾਰਾ ਭ੍ਰਮ ਭ੍ਰਮ ਆਏ ਤੁਮਚੇ ਦੁਆਰਾ ਤੂੰ ਕਉ ਨਰੇ ਮੈਂ ਜੀ ਨਾਮਾ ਹੋ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਅੱਜ ਬੰਦੀ ਛੋੜ ਦਿਵਸ ਨੂੰ ਮੁੱਖ ਰੱਖਦੇ ਹੋਏ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਭ ਤੋਂ ਪਹਿਲੋਂ ਆਈਆਂ ਸਾਰੀਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਇਸ ਦੀਵਾਲੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਾਰੀਆਂ ਸੰਗਤਾਂ ਨੂੰ ਜੀ ਆਇਆ ਜਿੱਥੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਆਸਾ ਕੀ ਵਾਰ ਸ਼ਬਦ ਕੀਰਤਨ ਦੇ ਨਾਲ ਸਾਂਝ ਪਾਈ ਹੈ। ਉੱਥੇ ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਹੁਕਮ ਦੇ ਕੇਵਲ ਅੱਖਰੀ ਅਰਥ ਕਰਨੇ ਨੇ। ਔਰ ਅੱਜ ਦਾ ਜੋ ਦਿਹਾੜਾ ਹੈ ਬੰਦੀ ਛੋੜ, ਕੁਝ ਕੋਈ ਇਤਿਹਾਸਕ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਆਓ ਜਿਤਨਾ ਵੀ ਸਤਿਗੁਰੂ ਜੀ ਕਿਰਪਾ ਕਰਨ ਸਮਾਂ ਬੈਠਣਾ ਹੈ, ਇਕਾਗਰਤਾ ਬਖਸ਼ੋ, ਅਸੀਸ ਬਖਸ਼ੋ, ਹਾਜ਼ਰੀ ਲਵਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਵਨਾ ਤਾਂਚੇ ਹੰਸਾ ਸਗਲੇ ਜਨਾ। ਇਹ ਪਾਵਨ ਸ਼ਬਦ ਧਨਾਸਰੀ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਉਚਾਰਨ ਕੀਤਾ ਹੋਇਆ ਅੰਗ ਨੰਬਰ 693 ਅਤੇ 694 ਦੇ ਉੱਤੇ ਸੁਭਾਇਮਾਨ ਹੈ। ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਅੱਜ ਜੋ ਸਾਨੂੰ ਸਮਝਾਉਣਾ ਕੀਤਾ ਹੈ, ਪਹਿਲੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ ਕਿ ਦੁਨੀਆ ਦੇ ਲੋਕ ਜੋ ਕੁਝ ਮੰਨਦੇ ਨੇ ਕਿ ਸਭ ਤੋਂ ਪਹਿਲੋਂ ਕੀ ਪੈਦਾ ਹੋਇਆ, ਬ੍ਰਹਮਾ ਜੀ ਨੂੰ ਮੰਨਦੇ ਨੇ ਕਿ ਉਹਨਾਂ ਨੇ ਸ੍ਰਿਸ਼ਟੀ ਪੈਦਾ ਕੀਤੀ। ਪਹਿਲੋਂ ਉਹਨਾਂ ਦੇ ਵਿਚਾਰ ਰੱਖੀ ਤੇ ਬਾਅਦ ਵਿੱਚ ਭਗਤ ਨਾਮਦੇਵ ਜੀ ਨੇ ਆਪਣੀ ਵਿਚਾਰ ਰੱਖੀ ਕਿ ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਨਾ, ਉਹ ਆਪ ਹੀ ਆਪਣੇ ਆਪ ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਉਹਨੇ ਸਾਨੂੰ ਪੈਦਾ ਕੀਤਾ, ਆਪ ਹੀ ਉਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਤੇ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਤੀਜਾ ਕੋਈ ਨਹੀਂ। ਕਿਉਂਕਿ ਮਨੌਤ ਇਹਨਾਂ ਤਿੰਨ ਤਾਕਤਾਂ ਮੰਨੀਆਂ ਗਈਆਂ, ਕੋਈ ਪੈਦਾ ਕਰਨ ਵਾਲਾ ਹੈ, ਕੋਈ ਰੋਜੀ ਦੇਣ ਵਾਲਾ ਹੈ, ਕੋਈ ਮਾਰਨ ਵਾਲਾ ਹੈ। ਪਰ ਭਗਤ ਨਾਮਦੇਵ ਜੀ ਨੇ ਅੱਜ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਉਸ ਸਿਧਾਂਤ ਨੂੰ ਕਿ ਜਿਹਨੂੰ ਕੇਵਲ ਗੁਰੂ ਸਾਹਿਬ ਜੀ ਨੇ ਇੱਕੋ ਸ਼ਬਦ ਦੇ ਵਿੱਚ ਮੁਕੰਮਲ ਕਰ ਦਿੱਤਾ, ਇੱਕ ਓਅੰਕਾਰ। ਦੇਖੋ ਅੱਖਰੀ ਅਰਥ ਭਾਵੇਂ ਆਪਾਂ ਕਰ ਜਾਂਦੇ ਹਾਂ, ਪਰ ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਉਸ ਇੱਕ ਓਅੰਕਾਰ ਦੀ ਵਿਆਖਿਆ ਹੀ ਹੈ।
ਤੇ ਇਹਨੇ ਵਿਆਖਿਆ ਕਰਕੇ ਵੀ ਧੰਨ ਗੁਰੂ ਅਰਜਨ ਦੇਵ ਜੀ ਅਖੀਰ ਤੇ ਫਿਰ ਵੀ ਇਹ ਕਹਿੰਦੇ ਨੇ ਵੀ ਤੇਰਾ ਕੀਤਾ ਜਾਤੂ ਨਹੀਂ, ਬਸ ਮੈਂ ਕੁਝ ਨਹੀਂ ਜਾਣਿਆ ਜਿੰਨਾ ਕੁ ਤੂੰ ਕੀਤਾ ਹੈ, ਜਿੰਨਾ ਕੁ ਤੂੰ ਬਣਾਇਆ ਕੁਝ ਵੀ ਨਹੀਂ ਜਾਣਿਆ। ਬਸ ਮੈਨੂੰ ਜੋਗ ਕੀਤੋ ਇਹ ਤੇ ਜਿੰਨਾ ਕੁ ਜਾਣਿਆ, ਜਿੰਨਾ ਕੁ ਤੂੰ ਜਣਾਇਆ, ਉਹਦੇ ਵਾਸਤੇ ਵੀ ਜਿੰਨਾ ਕੁ ਜੋਗ ਤੂੰ ਕੀਤਾ ਉਹਨਾਂ ਕੁ ਤੇਰੀ ਵਡਿਆਈ, ਤੇਰੀ ਬਖਸ਼ਿਸ਼ ਲਿਖ ਦਿੱਤੀ। ਹੁਣ ਇੱਥੇ ਭਗਤ ਨਾਮਦੇਵ ਜੀ ਬਖਸ਼ਿਸ਼ ਕਰ ਰਹੇ ਨੇ ਪਹਿਲੀਆਂ ਪੰਕਤੀਆਂ ਦੇ ਵਿੱਚ। ਪਹਿਲ ਪੁਰੀਏ ਪੁੰਡਰਕ ਵਨਾ, ਇਹ ਲੋਕਾਂ ਦੀ ਮਨੌਤ ਹੈ। ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਪਹਿਲੋਂ ਪਹਿਲ ਪੁਰੀਏ, ਪਹਿਲੋਂ ਪਹਿਲ, ਸਭ ਤੋਂ ਪਹਿਲਾਂ। ਕਿਤੇ ਕੀ ਸੀ ਕਹਿੰਦੇ ਪੁੰਡਰਕ ਵਨਾ, ਪੁੰਡਰਕ ਚਿੱਟੇ ਕੌਲ ਦੇ ਫੁੱਲ, ਵਨਾਂ ਦਾ ਅਰਥ ਆਓ ਜੀ ਸਮਝਦੇ ਵਨ, ਬਾਗ। ਇਹ ਜਿਹੜਾ ਸੰਸਾਰ ਹੈ ਪਹਿਲ ਸਭ ਤੋਂ ਪਹਿਲੋਂ ਕੇਵਲ ਚਿੱਟੇ ਕੌਲ ਫੁੱਲਾਂ ਦਾ ਇੱਕ ਬਾਗ ਸੀ। ਇਹ ਉਹਨਾਂ ਦੀ ਮਨੌਤ ਹੈ। ਪਰ ਇਹ ਬਾਗ ਕਿੱਥੇ ਪੈਦਾ ਹੋ ਗਿਆ, ਕਿਹਨੇ ਪੈਦਾ ਕੀਤਾ, ਇਹ ਨਹੀਂ ਸਮਝ ਆਈ, ਇਹ ਕੋਈ ਨਹੀਂ ਜਾਣਦਾ। ਭਗਤ ਨਾਮਦੇਵ ਜੀ ਕਹਿ ਰਹੇ ਨੇ ਪਹਿਲੋਂ ਪਹਿਲ ਉਹਨਾਂ ਦੀ ਮਨੌਤ ਹੈ ਕਿ ਇੱਕ ਚਿੱਟਾ ਕੌਲ ਦਾ ਇਹ ਸਾਰਾ ਬਾਗ ਸੀ, ਕੌਲ ਫੁੱਲ ਸਨ। ਤਾਂ ਚੇ ਹੰਸਾ ਸਗਲੇ ਜਨਾ, ਤਿਸ ਕੌਲ ਦੇ ਬਾਗ ਵਿੱਚ ਰਹਿੰਦਾ ਕੌਣ ਸੀ? ਤਾਂ ਚੇ ਹੰਸਾ ਸਗਲੇ ਜਨਾ ਜਿੰਨੇ ਵੀ ਜਨ ਨੇ, ਹੰਸ ਰੂਪੀ ਜੀਵ ਇਸ ਕੌਲ ਫੁੱਲ ਦੇ ਵਿੱਚ ਰਹਿੰਦੇ ਸਨ। ਦੇਖੋ ਹੁਣ ਇਹਦੇ ਭਾਵ ਅਰਥ ਦੂਰ ਨੇ। ਹੰਸ ਦੀ ਤਰ੍ਹਾਂ ਕਿ ਜੀਵ ਅਸਲ ਵਿੱਚ ਜਦੋਂ ਪੈਦਾ ਹੋਇਆ ਹੰਸ ਦੀ ਤਰ੍ਹਾਂ ਹੀ ਹੈ। ਉਹਦੇ ਵਿੱਚ ਨਾ ਕੋਈ ਦਵੈਸ਼ ਹੈ, ਨਾ ਕੋਈ ਈਰਖਾ ਹੈ, ਨਾ ਕਿਸੇ ਧਰਮ ਦੀ ਕੱਟੜਤਾ ਕਿ ਮੈਂ ਹਿੰਦੂ, ਮੈਂ ਸਿੱਖ, ਕੁਝ ਨਹੀਂ ਪਤਾ। ਔਰ ਇਹ ਆਮ ਕਿਹਾ ਵੀ ਜਾਂਦਾ ਬੱਚੇ ਤੇ ਰੱਬ ਦਾ ਰੂਪ ਹੁੰਦੇ ਨੇ। ਵੈਸੇ ਤੇ ਰੱਬ ਦਾ ਰੂਪ ਸਾਰੇ ਹੀ ਆ, ਕਿਉਂਕਿ ਬੱਚੇ ਕਿਹਾ ਜਾਂਦਾ ਕਿ ਦਿਲ ਦੇ ਸੱਚੇ ਹੁੰਦੇ ਨੇ। ਹਜੇ ਤੱਕ ਉਹਨਾਂ ਨੂੰ ਹੁਸ਼ਿਆਰੀਆਂ ਦਾ ਨਹੀਂ ਪਤਾ ਲੱਗਿਆ। ਇਹ ਪਹਿਲੋਂ ਹੰਸੀ ਨੇ। ਔਰ ਦੂਸਰਾ ਭਾਵ ਅਰਥ ਜਿਹੜਾ ਲਿਆ ਗਿਆ, ਹੁਣ ਇੱਕ ਤੇ ਫੁੱਲ ਹੈ ਕੌਲ ਦਾ ਬਾਗ ਹੋਵੇ ਤੇ ਇਸ ਬਾਗ ਤੇ ਕੋਇਲ ਤੇ ਆ ਸਕਦੀ ਹੈ, ਇਸ ਬਾਗ ਤੇ ਭਵਰੇ ਤੇ ਆ ਸਕਦੇ ਨੇ। ਫੁੱਲ ਤੇ ਭਵਰੇ ਹੁੰਦੇ ਨੇ, ਪਰ ਫੁੱਲਾਂ ਦੇ ਉੱਤੇ ਹੰਸਾਂ ਦਾ ਕੀ ਕੰਮ? ਹੰਸ ਦੇ ਤੇ ਉਦਾਹਰਨ ਜਦੋਂ ਦਿੱਤੀ ਜਾਵੇਗੀ ਤੇ ਸਰੋਵਰ ਦੀ ਦਿੱਤੀ ਜਾਂਦੀ ਹੈ, ਮਾਨ ਸਰੋਵਰ ਦੀ। ਹੁਣ ਇਹਦਾ ਭਾਵ ਅਰਥ ਅਸਲ ਵਿੱਚ ਇਹ ਹੈ ਕਿ ਬ੍ਰਹਮਾ ਜੀ, ਹੰਸ ਤੋਂ ਭਾਵ ਅਰਥ ਬ੍ਰਹਮਾ ਜੀ, ਕਿਉਂਕਿ ਮੰਨਿਆ ਕਿ ਉਹ ਕੌਲ ਦੇ ਫੁੱਲ ਤੋਂ ਪੈਦਾ ਹੋਏ ਨੇ, ਉਹਨਾਂ ਦੀ ਮਨੌਤ ਹੈ। ਪਹਿਲੋਂ ਫੁੱਲ ਤੇ ਫਿਰ ਬ੍ਰਹਮਾ ਜੀ, ਤੇ ਫਿਰ ਕਹਿੰਦੇ ਬ੍ਰਹਮਾ ਜੀ ਨੇ ਸ੍ਰਿਸ਼ਟੀ ਸਾਜ ਦਿੱਤੀ। ਪਰ ਕਿਉਂਕਿ ਜੇ ਵਿਚਾਰ ਵਾਲੇ ਪਾਸੇ ਤੁਰੀਏ ਤਾਂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਵੀ ਸੰਤੋਖ ਸਿੰਘ ਦੇ ਮੁਤਾਬਕ ਸ਼ਾਮ ਦੇ ਇਤਿਹਾਸ ਵਿੱਚ ਆਪਾਂ ਸੁਣ ਕੇ ਵੀ ਆਏ ਹਾਂ ਕਿ ਜਦੋਂ ਸੰਤ ਪੁੱਛਦੇ ਨੇ ਕਿ ਬ੍ਰਹਮਾ ਜੀ ਜਿਨ੍ਹਾਂ ਨੇ ਤੁਸੀਂ ਉਦਾਹਰਨ ਦਿੱਤੇ ਕਿ ਉਹਨੇ ਰੱਬ ਦਾ ਅੰਤ ਨਹੀਂ ਪਾਇਆ, ਉਹਨਾਂ ਬਾਰੇ ਕੁਝ ਸੁਣਾਓ। ਤੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਬ੍ਰਹਮਾ ਜੀ ਤੇ ਆਪਣੇ ਅੰਤ ਨਹੀਂ ਪਾ ਸਕੇ। ਉਹਨੂੰ ਤਾਂ ਫੁੱਲ ਦਾ ਹੀ ਨਹੀਂ ਪਤਾ ਲੱਗਿਆ ਕਿ ਫੁੱਲ ਪੈਦਾ ਕਿੱਥੋਂ ਹੋਇਆ ਜਾ ਕੇ। ਖੈਰ ਇੱਥੇ ਸਤਿਗੁਰੂ ਦੀ ਕਿਰਪਾ ਕਰਨ ਅੱਖਰੀ ਅਰਥ ਕਰਨੇ ਨੇ। ਹੰਸਾ ਸਗਲੇ ਜਨਾ, ਹੰਸਾ ਤੋਂ ਭਾਵ ਅਰਥ ਲਿਆ ਗਿਆ ਬ੍ਰਹਮਾ ਜੀ। ਪਹਿਲੋਂ ਕੌਲ ਦੇ ਫੁੱਲ, ਫਿਰ ਬ੍ਰਹਮਾ ਜੀ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚਮ ਤੇ ਨਾਚਨਾ। ਇੱਥੇ ਕ੍ਰਿਸ਼ਨ ਭਗਵਾਨ ਜੀ ਨਹੀਂ, ਇੱਥੇ ਕ੍ਰਿਸ਼ਨਾ ਦੇ ਅਰਥ ਕੀਤੇ ਗਏ ਮਾਇਆ ਦੇ ਕਾਲਕ, ਕਿਉਂਕਿ ਸਭ ਤੋਂ ਪਹਿਲੋਂ ਪਰਮੇਸ਼ਰ ਆਪ ਤੇ ਫਿਰ ਉਹਨੇ ਮਾਇਆ ਪੈਦਾ ਕੀਤੀ। ਸਭ ਤੋਂ ਪਹਿਲੋਂ ਆਪਣੇ ਆਪ ਨੂੰ ਸਾਜਿਆ, ਫਿਰ ਦੋਈ ਕੁਦਰਤ ਸਾਜੀ ਹੈ, ਮਾਇਆ ਕਹਿ ਲਈਏ ਜਾਂ ਕੁਦਰਤ ਕਹਿ ਲਈਏ।
ਹੁਣ ਉਸ ਰੱਬ ਦੇ ਮਾਇਆ ਤੇ ਰੱਬ ਦੇ ਮੇਲ ਦੇ ਨਾਲ, ਸੁਮੇਲ ਦੇ ਨਾਲ ਹਰ ਹਰ ਨਾਚੰਤੀ ਨਾਚਣਾ, ਇਹ ਮਾਇਆ ਦੇ ਪ੍ਰਭਾਵ ਦੇ ਵਿੱਚ ਸਾਰੀ ਜਿਹੜੀ ਲੁਕਾਈ ਹੈ ਨੱਚ ਰਹੀ ਹੈ। ਹੁਣ ਇਹ ਲੁਕਾਈ ਕਿਵੇਂ ਨੱਚ ਰਹੀ? ਸਭ ਤੋਂ ਪਹਿਲੋਂ ਕੀ ਸੀ? ਭਗਤ ਨਾਮਦੇਵ ਜੀ ਨੇ ਫਿਰ ਅੱਗੇ ਆਪਣੀ ਬਖਸ਼ਿਸ਼ ਕਰਕੇ ਸਮਝਾਇਆ। ਪਹਿਲ ਪੁਰਸਾ ਬੇਰਾ, ਪਹਿਲੋਂ ਉਹਨਾਂ ਦੀ ਮੱਤ ਜਿਹੜੀ ਰੱਖੀ ਕਿ ਉਹ ਕਹਿੰਦੇ ਸਨ ਕੌਲ ਦੇ ਫੁੱਲ ਨੇ, ਪਰ ਭਗਤ ਨਾਮਦੇਵ ਜੀ ਹੁਣ ਕਹਿ ਰਹੇ ਨੇ ਕਿ ਨਹੀਂ ਭਾਈ, ਸਭ ਤੋਂ ਪਹਿਲੋਂ ਪੁਰਸਾ, ਪੁਰਸ਼ ਪੁਰਖ ਦਾ ਅਰਥ ਉਹ ਪਰਿਪੂਰਨ ਪਰਮਾਤਮਾ, ਆਬਰਾ ਦਾ ਅਰਥ ਹੁੰਦਾ ਪ੍ਰਗਟ ਹੋਇਆ, ਆਬਰਾ ਦਾ ਅਰਥ ਹੋਣਾ ਪ੍ਰਗਟ ਹੋਣਾ, ਪੁਰਸ਼ ਆਬਰਾ, ਪੁਰਸਾਬਿਰਾ। ਫਿਰ ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਪਹਿਲ ਪੁਰਸਾਬਿਰਾ, ਪੇ ਸਭ ਤੋਂ ਪਹਿਲੋਂ ਅਕਾਲ ਪੁਰਖ ਆਪ ਹੀ ਪ੍ਰਗਟ ਹੋਇਆ, ਕੌਲ ਦੇ ਫੁੱਲ ਤੇ ਉਹ ਨਹੀਂ ਬਣਾਏ। ਪਹਿਲ ਪੁਰਸਾਬਿਰਾ ਅਥੋਣ, ਅਥੋਣ ਦਾ ਅਰਥ ਹੁੰਦਾ ਉਸ ਤੋਂ ਬਾਅਦ, ਪਹਿਲੋਂ ਆਪਣੇ ਆਪ ਨੂੰ ਪ੍ਰਗਟ ਕੀਤਾ, ਆਪਣੇ ਆਪ ਤੋਂ ਆਪ ਪੈਦਾ ਹੋਇਆ, ਅਥੋਣ ਉਸ ਤੋਂ ਬਾਅਦ। ਪੁਰਸਾਦ ਮਰਾ, ਭਾਵੇਂ ਪਾਠ ਪੜ੍ਹਿਆ ਜਾਂਦਾ ਪੁਰਸਾ ਦਮਰਾ, ਪਰ ਪੁਰਸਾ ਦਮਰਾ ਨਹੀਂ, ਪੁਰਸਾਤ ਅਮਰਾ, ਅਮਰਾ ਦਾ ਅਰਥ ਮਾਇਆ, ਜਾਂ ਦਮਰਾ ਸ਼ਬਦ ਵਰਤੀਏ ਮਾਇਆ। ਪਹਿਲੋਂ ਆਪਣੇ ਆਪ ਨੂੰ ਪੈਦਾ ਕੀਤਾ, ਫਿਰ ਉਸ ਪੁਰਖ ਨੇ ਉਸ ਤੋਂ ਬਾਅਦ ਮਾਇਆ ਨੂੰ ਪੈਦਾ ਕੀਤਾ, ਜਿਹਨੂੰ ਸੌਖੇ ਸ਼ਬਦਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਸਮਝਾਉਂਦੇ ਨੇ, ਆਪਾਂ ਪੜ੍ਹਦੇ ਹਾਂ ਕਿ ਆਪੀਣੇ ਆਪ ਰਚਿਓ, ਆਪੀਣੇ ਕਹਿੰਦੇ ਆਪਣੇ ਆਪ ਨੂੰ ਆਪ ਹੀ ਰਚਿਆ, ਆਪ ਹੀ ਆਪਣਾ ਨਾਂ ਰਖਾ ਦਿੱਤਾ। ਆਪੀਣੇ ਆਪ ਸਾਜਿਓ, ਆਪੀਣੇ ਰਚਿਓ ਨਾਉ, ਤੇ ਉਸ ਤੋਂ ਬਾਅਦ ਕਹਿੰਦੇ ਦੂਈ ਕੁਦਰਤ ਸਾਜੀ ਹੈ। ਇਹ ਇੱਥੇ ਮਾਇਆ, ਇੱਥੇ ਸ਼ਬਦ ਮਾਇਆ ਹੈ, ਕੁਦਰਤ ਕਹਿ ਲਈਏ ਜਾਂ ਮਾਇਆ। ਕਹਿੰਦੇ ਪਹਿਲੋਂ ਆਪਣੇ ਆਪ ਨੂੰ ਪੈਦਾ ਕੀਤਾ, ਉਸ ਤੋਂ ਬਾਅਦ ਉਹਨੇ ਮਾਇਆ ਬਣਾਈ। ਅਥੋਣ ਪੁਰਸਾਦ ਮਰਾ, ਅਸਗਾ ਅਸ ਉਸਗਾ, ਅਸਗਾ ਅਸ ਉਸਗਾ, ਅਸਗਾ ਉਸ ਪਰਮੇਸ਼ਰ ਵਰਗਾ, ਉਸਗਾ ਇਸ ਮਾਇਆ ਵਰਗਾ। ਜਿਹੜੇ ਸ਼ਬਦ ਪਹਿਲੋਂ ਵਰਤੇ ਨੇ, ਜਾਂ ਕਹਿ ਲਈਏ ਕਿ ਮਾਇਆ ਤੇ ਰੱਬ ਦੇ ਪਰਮੇਸ਼ਰ ਦੇ ਮੇਲ ਦੇ ਨਾਲ, ਰੱਬ ਤੇ ਉਹਦੀ ਕੁਦਰਤ, ਉਹਦੇ ਸੁਮੇਲ ਦੇ ਨਾਲ। ਹਰ ਕਾ ਬਾਗਰਾ ਨਾਚੇ ਪਿੰਦੇ ਮੈਂ ਸਾਗਰਾ, ਇਹ ਹਰੀ ਦਾ ਬਾਗ, ਇਹ ਜਿਹੜੀ ਸਾਰੀ ਸ੍ਰਿਸ਼ਟੀ ਹੈ, ਕੇਵਲ ਮਨੁੱਖੀ ਨਹੀਂ, ਕੇਵਲ ਪਸ਼ੂ ਪੰਛੀ ਨਹੀਂ, ਸਾਰੀ ਸ੍ਰਿਸ਼ਟੀ, ਇਹ ਹਰੀ ਪਰਮੇਸ਼ਰ ਦਾ ਜਿਹੜਾ ਬਾਗ ਹੈ, ਕਹਿੰਦੇ ਇਹ ਨੱਚ ਰਿਹਾ ਹੈ। ਤੇ ਉਦਾਹਰਣ ਦਿੱਤੇ ਕਿਵੇਂ? ਨਾਚੈ ਪਿੰਦੇ ਮੈਂ ਸਾਗਰਾ, ਪਿੰਦੇ ਖੂਹ ਦੀਆਂ ਟਿੰਡਾਂ, ਤੇ ਸਾਗਰਾਂ ਦਾ ਅਰਥ ਕਰਾਂਗੇ ਪਾਣੀ, ਕਿਉਂਕਿ ਖੂਹ ਦੇ ਟਿੰਡ ਦੇ ਵਿੱਚ ਪਾਣੀ ਟਿਕਦਾ ਨਹੀਂ, ਉਹ ਪਾਣੀ ਵਿੱਚ ਹਿੱਲਦਾ ਰਹਿੰਦਾ, ਨੱਚਦਾ ਰਹਿੰਦਾ ਹੈ। ਉਹਨੇ ਬਣਾਈ ਹੋਈ ਰੱਬ ਦੀ ਸ੍ਰਿਸ਼ਟੀ ਕੇਵਲ ਮਨੁੱਖ ਨਹੀਂ, ਮਨੁੱਖ ਬਾਰੇ ਤੇ ਭਗਤ ਜੀ ਨੇ ਪਾਵਨ ਬਚਨ ਕਹੇ ਨੇ ਕਿ ਮਾਟੀ ਕੋ ਪੂਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਣੈ ਬੋਲੇ, ਦੌੜਿਓ ਫਿਰਦਾ ਹੈ, ਭੱਜੇ ਫਿਰਦਾ ਹੈ। ਇੱਥੇ ਭਗਤ ਨਾਮਦੇਵ ਜੀ ਕਹਿੰਦੇ ਨੇ ਕੇਵਲ ਮਨੁੱਖ ਹੀ ਨਹੀਂ, ਸਾਰਾ ਬਾਗ ਨੱਚ ਰਿਹਾ, ਦਿਨ ਰਾਤ ਦੌੜ ਭੱਜ ਕਰ ਰਿਹਾ ਹੈ, ਚੰਦਰਮਾ ਭੱਜ ਰਿਹਾ ਹੈ, ਸੂਰਜ ਭੱਜ ਰਿਹਾ ਹੈ, ਧਰਤੀ ਭੱਜ ਰਹੀ ਹੈ, ਹਰ ਕੋਈ ਨੱਚ ਰਿਹਾ ਹੈ। ਰਹਾਉ ਨਾਚੰਤੇ ਗੋਪੀ ਜੰਨਾ, ਕੌਣ ਕੋਲੋਂ ਨੱਚਦਾ ਹੈ? ਗੋਪੀ ਦਾ ਅਰਥ ਇਸਤਰੀ ਤੇ ਜੰਨਾ ਦਾ ਅਰਥ ਪੁਰਸ਼, ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਮਰਦ ਹੈ, ਹਰ ਕੋਈ ਨੱਚ ਰਿਹਾ ਹੈ। ਕਿਉਂਕਿ ਨਈਆ ਤੇ ਬੈਰੇ ਕੰਨਾ, ਬੈਰੇ ਉਸ ਤੋਂ, ਕੰਨਾ ਦਾ ਅਰਥ ਹੈ ਕਿ ਬਿਲਕੁਲ ਹੀ ਨਹੀਂ, ਨਈਆ ਦਾ ਅਰਥ ਨਾਇਕ ਮਾਲਕ, ਕਿਉਂਕਿ ਉਸ ਮਾਲਕ ਰੱਬ ਤੋਂ ਵੱਖਰਾ ਕੋਈ ਹੈ ਹੀ ਨਹੀਂ, ਨਾ ਇਸਤਰੀ ਨਾ ਪੁਰਸ਼। ਤੇ ਭਗਤ ਨਾਮਦੇਵ ਜੀ ਕਹਿੰਦੇ ਨੇ ਭਰੋਸਾ ਕਰ ਲਿਓ ਭਾਈ, ਤਰਕ ਨਾ ਚਾਹ, ਇਹਦੇ ਤੇ ਤਰਕ ਨਾ ਕਰਿਓ, ਸ਼ੱਕ ਨਾ ਕਰਿਓ। ਭਰਮੀਆਂ ਚਾਹ, ਚਾਹ ਦਾ ਅਰਥ ਹੁੰਦਾ ਚੁੱਕ ਦੇਣਾ, ਆਪਣੇ ਭਰਮ ਨੂੰ ਅੰਦਰੋਂ ਚਾਹ
ਚੱਕ ਦੇ ਭਰਮ ਖਤਮ ਕਰ ਦੇ ਔਰ ਸ਼ੱਕ ਨਾ ਕਰੀ। ਕਿਉਂਕਿ ਕਹਿੰਦੇ ਨੇ ਕੇਸਵਾ ਬਚਾਉਣੀ, ਕੇਸਵਾ ਸੋਹਣੇ ਕੇਸਾਂ ਵਾਲਾ ਰੱਬ, ਬਚਾਉਣੀ ਹੁੰਦੇ ਬਚਨ। ਜਾਂ ਇਹ ਕਹਿ ਦਈਏ ਕਿ ਸੋਹਣੇ ਕੇਸਾਂ ਵਾਲਾ ਉਹ ਰੱਬ ਹੀ ਬੋਲ ਰਿਹਾ ਹੈ। ਕਿੱਥੇ ਕਿੱਥੇ ਬੋਲ ਰਿਹਾ ਹੈ? ਆਈਏ ਮਈਏ ਇਹ ਕਿਆਣ ਜੀਓ। ਹੁਣ ਆਈਏ ਮਈਏ ਦਾ ਅਰਥ ਵੀ ਇਸਤਰੀ ਪੁਰਸ਼ ਹੈ, ਜਾਂ ਇਸਤਰੀ ਮਰਦ ਸ਼ਬਦ ਵਰਤ ਲਈਏ, ਚਾਹੇ ਕੋਈ ਇਸਤਰੀ ਹੋਵੇ ਚਾਹੇ ਮਰਦ ਹੋਵੇ, ਸਭ ਦੇ ਵਿੱਚ ਉਹ ਆਪ ਹੀ ਬੋਲ ਰਿਹਾ ਹੈ, ਕਿਉਂਕਿ ਉਹਦੇ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ। ਅਖੀਰ ਤੇ ਭਗਤ ਜੀ ਫਿਰ ਕਹਿੰਦੇ ਨੇ ਪਿੰਦੇ ਉਪਕਲੇ ਸੰਸਾਰਾ। ਪਿੰਦੀ ਦੇ ਅਰਥ ਕੀਤੇ ਖੂਹ ਦੀਆਂ ਟਿੰਡਾਂ। ਜਿਵੇਂ ਉਹਦੇ 'ਚ ਪਾਣੀ ਨੱਚਦਾ ਰਹਿੰਦਾ ਹੈ, ਸੰਸਾਰ ਨੱਚ ਰਿਹਾ ਹੈ। ਪਿੰਦੇ ਉਪਕਲੇ ਸੰਸਾਰਾ ਭ੍ਰਮ ਭ੍ਰਮੇ ਆਏ ਤੁਮਚੇ ਦੁਆਰਾ। ਇਹ ਸਾਰੇ ਸੰਸਾਰ ਵਿੱਚ ਨੱਚ ਦੌੜ ਕੇ ਭੱਜ ਕੇ ਭਰਮ ਭਰਮ ਕੇ ਭਗਤ ਨਾਮਦੇਵ ਜੀ ਕਹਿੰਦੇ ਨੇ ਇਹ ਮਾਲਕ ਹੁਣ ਤੇਰੇ ਦੁਆਰ 'ਤੇ ਆਇਆ। ਤੇ ਦਰਵਾਜ਼ੇ 'ਤੇ ਜਦੋਂ ਕੋਈ ਆਵੇ ਫਿਰ ਆਵਾਜ਼ ਮਾਰਦੇ ਨੇ, ਜਾਂ ਦਰਵਾਜ਼ੇ ਨੂੰ ਖੜਕਾਈਦਾ ਹੈ, ਜਾਂ ਅੱਜ ਕੱਲ੍ਹ ਬੈਲ ਲੱਗੀ ਹੈ। ਦਰਵਾਜ਼ੇ 'ਤੇ ਆ ਕੇ ਜਦੋਂ ਭਗਤ ਜੀ ਪੁਕਾਰ ਕਰਦੇ ਨੇ ਰੱਬ ਜੀ ਭਰਮ ਭਰਮ ਆਏ ਤੁਮਚੇ ਦੁਆਰਾ, ਅੱਗੋਂ ਰੱਬ ਜੀ ਬੋਲ ਕੇ ਕਹਿੰਦੇ ਨੇ ਤੂੰ ਕੌਣ ਰੇ? ਵੀ ਜਿਹੜਾ ਭਰਮ ਭਰਮ ਕੇ ਆਇਆ ਪੁਕਾਰ ਰਿਹਾ ਆਵਾਜ਼ ਮਾਰ ਰਿਹਾ ਭਾਈ ਕੌਣ ਹੈ? ਮੈਂ ਜੀ ਭਗਤ ਨਾਮਦੇਵ ਜੀ ਕੋ ਕਹਿੰਦੇ ਨੇ ਮੈਂ ਹਾਂ ਜੀ। ਦੇਖੋ ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤੇ ਨੇ ਕਿ ਜਿਵੇਂ ਅੱਗੋਂ ਆਵਾਜ਼ ਪਈ ਤੂੰ ਕੌਣ ਰੇ, ਤੇ ਭਗਤ ਜੀ ਕਹਿੰਦੇ ਨੇ ਮੈਂ ਜੀ ਨਾਮਾ ਹੋ ਜੀ। ਪਰ ਇਹ ਸਾਰੇ ਸ਼ਬਦ ਵੱਖੋ ਵੱਖਰੇ ਨੇ। ਇਸ ਤਰ੍ਹਾਂ ਲੱਗਦਾ ਕਿ ਭਗਤ ਨਾਮਦੇਵ ਜੀ ਨੇ ਸਿਰਫ ਇੰਨਾ ਕਿਹਾ ਮੈਂ ਹਾਂ ਜੀ। ਇੱਥੇ ਫੁੱਲ ਵਿਸ਼ਰਾਮ ਹੈ, ਦੋ ਡੰਡੀਆਂ ਨੇ। ਅੱਗੋਂ ਰੱਬ ਜੀ ਬੋਲ ਕੇ ਕਹਿੰਦੇ ਨੇ ਨਾਮਾ। ਆਪਾਂ ਪੁੱਛਦੇ ਨਾ ਜੇ ਪਛਾਣ ਲਈਏ, ਸਿਰਫ ਇੰਨੀ ਕਵੇ ਕਿ ਮੈਂ, ਤੇ ਜੇ ਆਪਾਂ ਪਛਾਣਦੇ ਹੋਈਏ ਆਵਾਜ਼ ਮਾਰ ਕੇ ਕਹਿ ਦੇ ਕਿ ਫਲਾਣਾ ਭਾਈ। ਰੱਬ ਜੀ ਕਹਿੰਦੇ ਨਾਮਾ ਨਾਮਾ ਹੈ। ਨਾਮਦੇਵ ਜੀ ਕਹਿੰਦੇ ਨੇ ਹੋ ਜੀ, ਹਾਂ ਜੀ ਮੈਂ ਨਾਮਦੇਵ ਹੀ ਹਾਂ। ਤੇਰੀ ਸ਼ਰਨ ਵਿੱਚ ਆਇਆ ਤੇ ਪੁਕਾਰੇ ਲੈ ਕੇ ਆਇਆ। ਆਲਾ ਤੇ ਨਿਵਾਰਣਾ ਜਮ ਕਾਰਣਾ। ਆਲਾ ਦਰਦ ਅੱਖਰੇ ਅਰਥ ਹੁੰਦਾ ਘਰ। ਆਲਾ ਤੇ ਨਿਵਾਰਣਾ ਇਹ ਜੰਜਾਲਾਂ ਦਾ ਘਰ ਹੀ ਹੈ ਸਾਰਾ ਸੰਸਾਰ। ਤੇ ਜੰਜਾਲਾਂ ਦਾ ਘਰ ਅਸਲ ਵਿੱਚ ਬਣਿਆ ਜਮ ਕਾਰਨ, ਜਮਾਂ ਦੇ ਡਰ ਕਰਕੇ। ਪਰ ਇਹ ਮੇਰੇ ਮਾਲਕ ਤੂੰ ਤੇ ਇਸ ਜਮਾਂ ਦੇ ਘਰ ਨੂੰ, ਜਮਾਂ ਦੇ ਡਰ ਨੂੰ ਦੂਰ ਕਰਨ ਵਾਲਾ ਹੈ ਨਾ। ਤੇਰੇ ਦਰ ਤੇ ਆਇਆ ਤੇ ਪੁਕਾਰ ਰਿਹਾ ਹੈ ਕਿ ਇਹ ਜਮਾਂ ਦਾ ਡਰ ਵੀ ਦੂਰ ਕਰ ਦੇ, ਕਿਉਂਕਿ ਮਰਨਾ ਤੇ ਇੱਕ ਦਿਨ ਹੈ। ਤੇ ਇਹ ਜਿਹੜੇ ਜਮ ਨੇ ਭਾਵੇਂ ਉਹ ਮੌਤ ਵਾਲੇ ਹੋਣ ਤੇ ਭਾਵੇਂ ਅੰਦਰ ਦੇ ਹੋਣ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਔਰ ਇਹ ਅੰਦਰ ਦੇ ਹੀ ਜਮ ਦੂਰ ਕਰਨ ਦੇ ਲਈ ਅੱਜ ਦਾ ਬੜਾ ਵਿਸ਼ੇਸ਼ ਦਿਨ ਵੀ ਹੈ ਦੀਵਾਲੀ। ਦੇਖੋ ਦੀਵਾਲੀ ਤੇ ਬੰਦੀ ਛੂਟ, ਇੱਥੇ ਭਾਵੇਂ ਤਰਕ ਵੀ ਬੜੇ ਕੀਤੇ ਜਾਂਦੇ ਨੇ। ਔਰ ਦੀਵਾਲੀ ਜਾਂ ਬੰਦੀ ਛੂਟ ਅਸਲ ਵਿੱਚ ਇਹ ਜਿਹੜਾ ਸਾਡਾ ਇੱਕ ਕਹੀਏ ਕਿ ਸੱਭਿਆਚਾਰ ਹੈ। ਅੱਜ ਦੇ ਦਿਨ ਦੀਵੇ ਬਾਲਣੇ, ਔਰ ਪਿੰਡਾਂ ਵਿੱਚ ਤੇ ਇਹ ਹੁਣ ਭਾਵੇਂ ਨਹੀਂ ਰਿਹਾ, ਕਿਉਂਕਿ ਪਹਿਲੇ ਵਾਰਾ ਪਿਆਰ ਵੀ ਨਹੀਂ ਰਿਹਾ। ਤੇ ਆਪ ਬਜ਼ੁਰਗ ਬੈਠੋ, ਪਿੰਡਾਂ ਦੇ ਵਿੱਚ ਕਿਸੇ ਦੀ ਮੌਤ ਹੋ ਜਾਣੀ, ਔਰ ਖਾਸ ਕਰਕੇ ਕਿਸੇ ਜਵਾਨ ਗੱਭਰੂ ਦੀ ਮੌਤ ਹੋਣੀ, ਤਾਂ ਉਸ ਰਾਤ ਸਾਰੇ ਪਿੰਡ ਦੇ ਵਿੱਚ ਕੋਈ ਦੀਵਾ ਨਹੀਂ ਸੀ ਬਾਲਦਾ, ਕਿਉਂਕਿ ਆਪਸ ਵਿੱਚ ਪਿਆਰ ਵੀ ਬੜਾ ਸੀ। ਉਹ ਜਿਹੜੇ ਦੀਵੇ ਬਾਲਣੇ ਅਸਲ ਵਿੱਚ ਉਹ ਦੀਵਾ ਇੱਕ ਖੁਸ਼ੀ ਦਾ ਪ੍ਰਗਟਾਵਾ ਹੈ, ਜਾਂ ਕਹਿ ਲਈਏ ਕਿ ਪ੍ਰਤੀਕ ਹੈ। ਇਹ ਦੀਵਾ ਜਿਹੜੇ ਇਹ ਦੀਵੇ ਬਾਲਣੇ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦੇ। ਭਾਵੇਂ ਅੱਜ ਦੇ ਦਿਨ ਤੁਸੀਂ ਦੇਖੋ ਹਰ ਥਾਂ ਤੇ ਸ਼ਬਦ ਪੜ੍ਹਿਆ ਜਾ ਰਿਹਾ ਸਵੇਰ ਤੋਂ ਲੈ ਕੇ ਕਿ ਦੀਵਾਲੀ ਕੀ ਰਾਤ ਦੀਵੇ ਬਾਲੀਆਂ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਕਵਿਤ ਹੈ। ਪਰ ਇੱਥੇ ਦੀਵਾਲੀ ਕੀ ਰਾਤ ਦੀਵੇ ਬਾਲੀਆਂ, ਇਸ ਦੀਵਾਲੀ ਨੂੰ ਨਹੀਂ ਕਿਹਾ,
ਉੱਥੇ ਦੀਵਾਲੀ ਦੀ ਰਾਤ ਇੱਕ ਪ੍ਰਤੀਕ ਵਰਤਿਆ, ਇੱਕ ਵਿੱਤ ਪੜ੍ਹੀਏ ਤੇ ਸਾਰੀ ਕੇਵਲ ਮਰਨ ਦੇ ਨਾਲ ਸੰਬੰਧ ਰੱਖਦੀ ਹੈ ਕਿ ਇੱਕ ਦਿਨ ਮਰ ਮੁੱਕ ਜਾਣਾ, ਕੁਝ ਨਹੀਂ ਰਹਿਣਾ। ਤੇ ਜੇ ਸਦੀਵੀ ਸੁੱਖ ਚਾਹੁੰਦਾ ਤਾਂ ਉਹ ਸ਼ਬਦ ਵਿੱਚੋਂ ਮਿਲਣਾ। ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਅਖੀਰਲੇ ਫਿਰ ਆਪਣੇ ਜਿਹੜੇ ਵਿਚਾਰ ਉੱਥੇ ਰੱਖੇ। ਦੀਵਾਲੇ ਕੇ ਰਾਤ ਦੀਵੇ ਬਾਲੀਆਂ ਨੇ ਇੱਕ ਉਦਾਹਰਣ ਦਿੱਤੀ ਕਿ ਬੰਦਿਆ ਤੂੰ ਸੁੱਖ ਭਾਲਣਾ ਹੈ। ਇਸ ਤਰ੍ਹਾਂ ਦੇ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਦੇ ਨੇ, ਵੀ ਇੱਕ ਖੁਸ਼ੀ ਦਾ ਪ੍ਰਤੀਕ ਹੈ ਨਾ ਜੀ। ਪਰ ਦੀਵੇ ਕਿੰਨੀ ਦੇਰ ਬਲਣਗੇ? 10 ਮਿੰਟ, ਅੱਧਾ ਘੰਟਾ, ਘੰਟਾ। ਚਲੋ ਅੱਜ ਕੱਲ੍ਹ ਇਹ ਬਿਜਲੀ ਵਾਲੇ ਆ ਗਏ, ਇੱਕ ਰਾਤ ਬਲ ਜਾਣਗੇ ਔਰ ਉਸ ਤੋਂ ਬਾਅਦ ਫਿਰ ਹਨੇਰੀ ਰਾਤ ਹੈ। ਭਾਵੇਂ ਕਿ ਜੇ ਖੁਸ਼ੀਆਂ ਭਾਲਣਾ, ਖੁਸ਼ੀਆਂ ਚਾਹੁੰਦਾ ਤੇ ਫਿਰ ਛੋਟੀਆਂ ਛੋਟੀਆਂ ਨਹੀਂ, ਸ਼ਬਦ ਦੇ ਵਿੱਚੋਂ ਲੱਭ। ਪਰ ਇਹ ਦੀਵਾਲੀ ਔਰ ਬੰਦੀ ਛੋੜ, ਭਾਵੇਂ ਬੰਦੀ ਛੋੜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਅੱਜ ਦੇ ਦਿਨ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਹੋਏ ਔਰ ਸਿੱਖ ਪੰਥ ਵਿੱਚ ਇਹਨਾਂ ਦਾ ਭਾਵੇਂ ਸਮਾਂ ਅੱਗੇ ਪਿੱਛੇ ਡੇਟਾ ਮੰਨੀਆਂ ਗਈਆਂ ਕਿ ਜਦੋਂ 6ਵੇਂ ਪਾਤਸ਼ਾਹ ਜੀ ਅੰਮ੍ਰਿਤਸਰ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀ ਨੇ ਦੀਪਮਾਲਾ ਕੀਤੀ ਸੀ, ਘਰ ਘਰ ਦੇ ਵਿੱਚ ਦੀਵੇ ਬਲੇ ਸਨ। ਮਹੀਨਾ ਭਾਵੇਂ ਉਦੋਂ ਉਹ ਫਰਵਰੀ ਦਾ ਮੰਨਿਆ ਗਿਆ ਹੈ। ਔਰ ਦੇਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ 19 ਤਰੀਕ ਨੂੰ ਆ ਰਿਹਾ ਹੈ। ਕੱਤਕ ਦੀ, ਪਹਿਲੋਂ ਕੱਤਕ ਦੀ ਕਿਹਾ ਜਾਂਦਾ ਸੀ ਪੂਰਨਮਾਸੀ, ਹੁਣ ਤੇ ਕੱਤਕ ਵੀ ਲੰਘ ਗਿਆ, ਮੱਘਰ ਆ ਜਾਣਾ ਹੈ। ਪਰ ਅਸਲ ਵਿੱਚ ਪ੍ਰਕਾਸ਼ ਤੇ ਉਹਨਾਂ ਦਾ ਵਿਸਾਖ ਦੇ ਵਿੱਚ ਹੀ ਹੈ ਨਾ ਜੀ। ਪਰ ਸਿੱਖ ਪੰਥ ਮਨਾ ਹੀ ਰਿਹਾ ਹੈ। ਹੁਣ ਉਹ ਦਿਨ ਭਾਵੇਂ ਅੱਗੇ ਪਿੱਛੇ, ਪਰ ਖਾਲਸਾ ਪੰਥ ਨੇ ਇਹ ਖੁਸ਼ੀਆਂ ਜੇ ਹਿੰਦੂ ਵੀਰ ਮਨਾਉਂਦੇ ਨੇ ਕਿ ਅੱਜ ਦੇ ਦਿਨ ਰਾਮਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਆਏ ਸਨ, ਉਹਨਾਂ ਦੀ ਖੁਸ਼ੀ ਵਿੱਚ ਮਨਾ ਰਹੇ। ਤੇ ਜੇ ਉਹਨਾਂ ਦੀ ਖੁਸ਼ੀ ਵਿੱਚ ਨਾਲ ਅਸੀਂ ਵੀ ਸਾਂਝੀ ਬਣ ਜਾਵਾਂਗੇ ਤੇ ਇਤਰਾਜ਼ ਕੀ ਹੈ? ਬੰਦੀ ਛੋੜ ਦਿਵਸ ਤੇ ਦੀਵਾਲੀ ਇਸ ਕਰਕੇ ਇਕੱਠੇ ਮਨਾਏ ਗਏ ਕਿ ਅੱਜ ਦੇ ਦਿਨ ਉਹਨਾਂ ਵੀ ਜੇ ਦੀਵੇ ਜਗਾਉਣੇ ਨੇ, ਅਸੀਂ ਵੀ ਕਿਉਂ ਨਾ ਜਗਾਈਏ। ਔਰ ਫਿਰ ਬੇਨਤੀ ਕਰਦੇ, ਇਹ ਦੀਵੇ ਧਰਮ ਨਾਲ ਸੰਬੰਧ ਨਹੀਂ ਰੱਖਦੇ। ਇਹ ਦੀਵੇ ਬਾਲਣੇ, ਇਹ ਕਹਿ ਲਏ ਕਿ ਸਾਡਾ ਇੱਕ ਸੱਭਿਆਚਾਰ ਹੈ। ਹੁਣ ਜਿਹੜੇ ਅੰਗਰੇਜ਼ ਲੋਕ ਨੇ ਗੋਰੇ, ਉਹ ਤਾਂ ਦੀਵਾਲੀ ਮਨਾਉਂਦੇ ਕੋਈ ਨਹੀਂ, ਪਰ 25 ਦਸੰਬਰ ਨੂੰ ਦੀਵੇ ਤੇ ਉਹ ਵੀ ਬਾਲਦੇ ਨੇ ਨਾ ਜੀ। ਹੁਣ ਸਭ ਤੋਂ ਪਹਿਲੇ ਗੱਲ ਕਿ ਇਹ ਦੀਵੇ ਬਾਹਰ ਦੇ, ਔਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਬਾਹਰ ਦੇ ਦੀਵਿਆਂ ਦੇ ਉਦਾਹਰਣ ਦੇ ਕੇ ਅਸੀਂ ਆਪਣੇ ਅੰਦਰ ਦੇ ਦੀਵੇ ਨੂੰ ਕਿਵੇਂ ਬਾਲਣਾ ਹੈ ਸਾਨੂੰ ਸਮਝਾਇਆ। ਤੇ ਇਹ ਸਤਿਗੁਰੂ ਦਾ ਪਾਵਨ ਬਚਨ ਹੈ ਕਿ ਬਿਨ ਤੇਲ ਦੀਵਾ ਕਿਉਂ ਜਲਾਏ। ਹੁਣ ਉਦਾਹਰਨ ਦੀਵੇ ਦੀ ਦਿੱਤੀ, ਦੀਵੇ ਵਿੱਚ ਤੇਲ ਹੀ ਨਾ ਹੋਵੇ ਤੇ ਭਲਿਓ ਦੀਵਾ ਕਦੇ ਜਗ ਜਾਏਗਾ। ਜੇ ਅੰਦਰ ਗਿਆਨ ਵਾਲਾ ਤੇਲ ਹੀ ਨਾ ਹੋਵੇ ਤੇ ਅੰਦਰ ਚਾਨਣ ਕਿੱਥੋਂ ਹੋ ਜਾਏਗਾ? ਉੱਥੇ ਗੁਰੂ ਸਾਹਿਬ ਨੇ ਫਿਰ ਸਮਝਾਇਆ ਕਿ ਕਿਵੇਂ ਦੀਵਾ ਜਗਾਉਣਾ ਹੈ। ਕਹਿੰਦੇ ਪੋਥੀ ਪ੍ਰਾਣ ਕਮਾਈਏ, ਇਹ ਜਿਹੜੀਆਂ ਪੋਥੀ ਪ੍ਰਾਣ ਭਾਵ ਕੇ ਧਾਰਮਿਕ ਗ੍ਰੰਥ ਜਿਹੜੇ ਪੜ੍ਹਦੇ ਹੈ, ਜਿਹੜੇ ਪੜ੍ਹ ਕੇ ਲੋਕਾਂ ਨੂੰ ਸੁਣਾਉਣਾ ਜਾਂ ਜਿਹੜੇ ਸੁਣੀਦੇ ਨੇ, ਇਹ ਕੇਵਲ ਪੜ੍ਹਨ ਤੇ ਸੁਣਨ ਤੱਕ ਸੀਮਿਤ ਨਾ ਰਹਿਣ, ਇਹਨਾਂ ਦੀ ਕਮਾਈ ਵੀ ਕਰ ਪਈ। ਇਹਦੇ 'ਚ ਭਉ ਦਾ ਪ੍ਰੇਮ ਦੇ ਵੱਟੀ ਪਾ, ਭੈ ਦਾ ਤੇਲ ਪਾ, ਇਹ ਦੀਵਾ ਜਲੇਗਾ। ਔਰ ਅੱਜ ਦੇ ਦਿਨ ਦੀਵੇ ਜਗਾਏ ਗਏ। ਅਸਲ ਵਿੱਚ ਇਹ ਜਿਹੜਾ ਸਾਡਾ ਇਤਿਹਾਸ ਹੈ, ਥੋੜ੍ਹਾ ਜਿਹਾ ਪੱਖ ਰੱਖਣਾ ਹੈ ਕਿ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ ਵਿੱਚ, ਇਹ ਕਹਿ ਲਈਏ ਕਿ ਜੇਲ੍ਹ ਸ਼ਬਦ ਵਰਤਿਆ ਜਾਂਦਾ ਸੀ, ਜੇਲ੍ਹ ਦੇ ਵਿੱਚ ਕੈਦ ਕੀਤੇ ਗਏ। ਔਰ ਇਹਦੇ ਨਾਲ ਭਾਵੇਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਔਰ ਹੈ ਕਹਾਣੀਆਂ ਮਨੋਂ ਘੜਤੀ ਨੇ, ਕਵੀ ਸੰਤੋਖ ਸਿੰਘ ਨੂੰ ਸਾਰੀਆਂ ਲਿਖੀਆਂ ਨੇ ਕਿ ਬਾਦਸ਼ਾਹ ਜਹਾਂਗੀਰ ਨੂੰ ਸਾੜ ਸਤੀ ਆ ਗਈ, ਪੰਡਤਾਂ ਨੇ ਮੌਲਵੀਆਂ ਨੇ ਵਹਿਮ ਪਾ ਦਿੱਤਾ। ਤੇ ਫਿਰ ਜਿਹੜੇ ਚੰਦੂ ਵਰਗੇ ਸਨ ਨਾਲ, ਉਹਨਾਂ ਨੇ ਹਰ ਹੀਲਾ ਵਰਤਿਆ ਕਿ 6ਵੇਂ ਪਾਤਸ਼ਾਹ ਇਸ ਕੈਦ ਦੇ ਵਿੱਚ ਜਾਣ, ਕਿਉਂਕਿ ਚੰਦੂ ਨੂੰ ਆਪਣਾ ਡਰ ਸੀ ਕਿ 5ਵੇਂ ਪਾਤਸ਼ਾਹ ਜੀ ਨੂੰ
ਜਿਵੇਂ ਸ਼ਹੀਦ ਕੀਤਾ। ਔਰ ਛੇਵੇਂ ਪਾਤਸ਼ਾਹ ਨੇ ਜਿਹੜੀ 2 ਕਿਰਪਾਨਾਂ ਪਾ ਲਈਆਂ ਨੇ ਕਿ ਬਸ ਮੇਰੀ ਵਾਰੀ ਆਈ ਸਮਝੋ। ਔਰ ਉਹ ਵਾਰੀ ਆ ਵੀ ਗਈ। ਫਿਰ ਖੈਰ ਚੰਦੂ ਨੇ ਜ਼ੋਰ ਲਾਇਆ, ਹੋਰ ਡਾਲਦਿਆਂ ਨੇ ਬੜਿਆਂ ਨੇ ਜ਼ੋਰ ਲਾਇਆ। ਇਹ ਤਾਂ ਮਨੋਂ ਘੜਤ ਕਹਾਣੀਆਂ ਘੜ ਦਿੱਤੀਆਂ ਗਈਆਂ। ਅਸਲ ਵਿੱਚ ਵਜ਼ੀਰ ਖਾਂ ਜਿਹੜਾ ਸੀ ਉਹ ਆਪ ਹੀ ਚਾਹੁੰਦਾ ਸੀ, ਜਹਾਂਗੀਰ, ਕਿ ਇਹਨਾਂ ਨੂੰ ਕੈਦ ਵਿੱਚ ਪਾ ਦਿੱਤਾ ਜਾਏ। ਔਰ ਜੇਲ੍ਹ ਜਿਹੜੀ ਸੀ ਉਹ ਗਵਾਲੀਅਰ ਦੀ ਚੁਣੀ ਗਈ, ਕਿਉਂਕਿ ਪੰਜਵੇਂ ਪਾਤਸ਼ਾਹ ਨੂੰ ਜਿਹੜਾ ਸ਼ਹੀਦ ਕਰ ਸਕਦਾ ਉਹ ਗੁਰੂ ਘਰ ਦੇ ਨਾਲ ਸਿੱਧਾ ਵਰਤ ਨਹੀਂ ਨਾ ਹੋ ਸਕਦਾ। ਪਰ ਰਾਜਨੀਤਿਕ ਲੋਕ ਨੇ, ਭਾਵੇਂ ਉਦੋਂ ਰਾਜ ਹੈ ਸਿਰਫ ਤਲਵਾਰ ਦੇ ਜ਼ੋਰ ਦਾ ਹੀ ਸੀ, ਪਰ ਸਿੱਧੇ ਤੌਰ 'ਤੇ ਆਪਣੇ ਉੱਤੇ ਤਾਂ ਨਹੀਂ ਸਨ ਲੈਂਦਾ ਕਿ ਮੈਂ ਕੀਤਾ ਹੈ। ਇਹ ਰਾਜਨੀਤਿਕ ਵਰਤੀ ਕਿ ਮੇਰੇ ਤੇ ਸਾੜ ਸੱਤੀ ਆਈ, ਤੁਸੀਂ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ ਭਗਤੀ ਕਰੋ, ਤੁਹਾਨੂੰ ਬਾਅਦ 'ਚ ਛਡਾ ਲਿਆ ਜਾਏਗਾ। 40 ਦਿਨ ਵੀ ਲੰਘ ਗਏ, 50 ਦਿਨ ਵੀ ਲੰਘ ਗਏ, 2 ਮਹੀਨੇ ਤੋਂ ਜਦੋਂ ਸਮਾਂ ਉੱਤੇ ਹੋ ਗਿਆ, ਉਦੋਂ ਪੰਜਾਬ ਦੇ ਵਿੱਚ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਇੱਕ ਲਹਿਰ ਚਲਾਈ ਚੌਂਕੀਆਂ ਦੇ ਰੂਪ ਵਿੱਚ, ਕਿ ਸ਼ਬਦ ਗਾਉਂਦੇ ਹੋਏ ਪਿੰਡਾਂ ਦੇ ਵਿੱਚੋਂ ਜਾਂਦੇ ਨੇ, ਨਾਲ ਕਾਫਲਾ ਜੁੜਦਾ ਗਿਆ, ਗਵਾਲੀਅਰ ਦੇ ਕਿਲੇ ਤੱਕ ਪਹੁੰਚਦੇ ਨੇ। ਔਰ ਇੰਨੇ ਸਿੱਖ ਜਦੋਂ ਜਾ ਕੇ ਉੱਥੇ ਗਵਾਲੀਅਰ ਦੇ ਕਿਲੇ ਦੇ 4 ਸਪੇਰੇ ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਉਮਰ ਤਕਰੀਬਨ ਉਦੋਂ 105 ਸਾਲ ਸੀ, ਉੱਥੇ ਜਾ ਕੇ ਨਮਸਕਾਰ ਕਰਦੇ ਨੇ ਕੰਧਾਂ ਨੂੰ ਬਾਹਰੋਂ। ਔਰ ਉੱਥੋਂ ਦਾ ਦਰੋਗਾ ਜਿਹੜਾ ਹਰਦਾਸ ਪੁੱਛਦਾ ਵੀ ਹੈ ਕਿ ਤੁਸੀਂ ਬਾਹਰ ਮੱਥਾ ਕਿਹਨੂੰ ਟੇਕ ਰਹੇ ਹੋ? ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੀ, ਅੰਦਰ ਮੇਰੇ ਦਿਲ ਦਾ ਰਹਿਮਤ ਮੇਰਾ ਰੱਬ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਸੱਚੇ ਪਾਤਸ਼ਾਹ ਨੇ। ਔਰ ਉਹ ਹਰਦਾਸ ਜਿਹੜਾ ਪਹਿਲੋਂ ਤੋਂ ਹੀ ਲੈ ਕੇ ਅਸਲ ਵਿੱਚ ਗੁਰੂ ਘਰ ਦਾ ਸਰਦਾਲੂ ਸੀ, ਗੁਰੂ ਘਰ ਦੀ ਉਹਨੇ ਬੜੀ ਸਿਫਤ ਸੁਣੀ ਸੀ। ਹੁਣ ਦੇਖੋ, ਇੱਕ ਤੇ ਕਾਰਨ ਇਹ ਕਿ ਚਲੋ ਸਾੜ ਸੱਤੀ ਆਈ, ਭਾਵੇਂ ਕਹਾਣੀਆਂ ਜੋੜ ਦਿੱਤੀਆਂ ਗਈਆਂ, ਅਸਲ ਕਾਰਨ ਗੁਰੂ ਸਾਹਿਬ ਜੀ ਨੂੰ ਕੈਦ ਵਿੱਚ ਪਾਉਣ ਦਾ ਸੀ ਕਿ ਜਹਾਂਗੀਰ ਨਹੀਂ ਸੀ ਚਾਹੁੰਦਾ ਕਿ ਮੇਰੇ ਨਾਲ ਵੀ ਵੱਡਾ ਤਖਤ ਕਿਸੇ ਦਾ ਬਣੇ। ਪਰ ਛੇਵੇਂ ਪਾਤਸ਼ਾਹ ਜੀ ਨੇ ਤਖਤ ਵੀ ਬਣਾਇਆ। ਛੇਵੇਂ ਪਾਤਸ਼ਾਹ ਜੀ ਨੇ ਘੋੜਸਵਾਰ ਆਪਣੇ ਨਾਲ ਫੌਜਾਂ ਵੀ ਰੱਖੀਆਂ, ਕਿਰਪਾਨਾਂ ਵੀ ਇੱਕ ਛੱਡ ਕੇ 2 ਪਾਈਆਂ। ਔਰ ਬਾਦਸ਼ਾਹ ਕਦੇ ਨਹੀਂ ਸੀ ਚਾਹੁੰਦਾ ਕਿ ਮੇਰੇ ਤੋਂ ਵੀ ਕੋਈ ਉੱਚਾ ਤਖਤ ਬਣਾ ਕੇ ਬੈਠੇ। ਉੱਥੇ ਗੁਰੂ ਸਾਹਿਬ ਦੇ ਢਾਡੀਆਂ ਨੇ, ਅਬਦੁਲ ਤੇ ਨੱਥੇ ਤੇ ਅਬਦੁਲ ਨੇ ਵਾਰਾਂ ਵੀ ਗਾਈਆਂ ਨੇ ਕਿ ਸੱਚਾ ਤਖਤ ਰਚਾਇਆ ਸ੍ਰੀ ਗੁਰ ਪਾਏ ਕੈ, ਸ਼ਬ ਬਰਨੀ ਮਹਿ ਜਾਉ ਕਹੂੰ ਕਿਆ ਗਾਇ ਕੈ। ਉੱਥੇ ਕਹਿੰਦੇ ਸੱਚਾ ਤਖਤ ਰਚਾਇਆ, ਹਰ ਗੁਣ ਗਾਇਕ ਹੈ। ਇੱਕ ਤੇ ਤਖਤ ਦੀ ਗੱਲ ਕੀਤੀ ਕਿ ਤਖਤ ਬਣਾਇਆ ਉੱਚਾ ਤੇ ਨਾਲੇ ਸੱਚਾ, ਤੇ ਦੂਸਰੀ ਗੱਲ ਉਹਨਾਂ ਨੇ ਕੀਤੀ 2 ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਕਹਿੰਦੇ ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ। ਤੇ ਅਖੀਰ ਤੇ ਉਹਨਾਂ ਢਾਡੀਆਂ ਨੇ ਇਹ ਕਿਹਾ ਕਿ ਪੱਗ ਤੇਰੀ ਕੀ ਜਹਾਂਗੀਰ ਦੀ। ਤੁਲਨਾ ਸਿੱਧੀ ਜਹਾਂਗੀਰ ਦੇ ਨਾਲ, ਮੁਕਾਬਲਾ ਸਿੱਧਾ ਜਹਾਂਗੀਰ ਦੇ ਨਾਲ ਹੈ। ਔਰ ਇਸ ਕਰਕੇ ਬੇਨਤੀ ਕਰਦੇ ਹਾਂ ਕਿ ਜਹਾਂਗੀਰ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਸ ਕੈਦਖਾਨੇ ਦੇ ਵਿੱਚ ਪਾਇਆ। ਫਿਰ ਜੇਲ੍ਹ ਜਿਹੜੀ ਸੀ ਕੈਦਖਾਨਾ ਜਾਂ ਕਿਲਾ, ਉਹ ਗਵਾਲੀਅਰ ਦਾ ਹੀ ਕਿਉਂ ਚੁਣਿਆ ਗਿਆ? ਕਿਉਂਕਿ ਇਹਦੇ ਵਿੱਚ ਰਾਜੇ ਕੈਦ ਸਨ। 52 ਰਾਜਿਆਂ ਦਾ ਜ਼ਿਕਰ ਆਉਂਦਾ, ਭਾਵੇਂ ਕਿਸੇ ਨੇ 103 ਦਾ ਵੀ ਕੀਤਾ ਹੈ, ਪਰ ਬਹੁਤ ਇਤਿਹਾਸਕਾਰਾਂ ਦਾ ਜਿਹੜਾ ਸਾਨੂੰ ਮਿਲਦਾ ਹੈ ਉਹ 52 ਰਾਜੇ ਨੇ। ਇਹਦੇ ਵਿੱਚ ਆਮ ਕੈਦੀ ਨਹੀਂ ਸਨ ਕੀਤੇ ਜਾਂਦੇ ਕਿ ਕਿਸੇ ਨੇ ਕਤਲ ਕੀਤਾ ਜਾਂ ਚੋਰੀ ਕੀਤੀ ਹੈ। ਇਹਦੇ 'ਚ ਕੈਦਖਾਨੇ 'ਚ ਸਿਰਫ ਰਾਜੇ ਸਨ। ਤੇ ਉਹਦਾ ਕਾਰਨ ਸੀ ਕਿ ਜਿਹੜੇ ਰਾਜਿਆਂ ਨੂੰ ਇਸ ਕੈਦਖਾਨੇ ਵਿੱਚ ਪਾ ਦਿੱਤਾ ਜਾਂਦਾ ਸੀ, ਬਸ ਉਹ ਅੰਦਰ ਆਉਂਦੇ ਤੇ ਜ਼ਰੂਰ ਸਨ, ਬਾਹਰ ਨਹੀਂ ਸਨ ਜਾਂਦੇ। ਮਰਨ ਤੋਂ ਬਾਅਦ ਲਾਸ਼ਾਂ ਦਾ ਵੀ ਨਹੀਂ ਸੀ ਪਤਾ ਲੱਗਦਾ ਕਿ ਕਿੱਥੇ ਦਫਨਾ ਦਿੱਤੀਆਂ ਕਿ ਸਾੜ ਦਿੱਤੀਆਂ। ਪਰ ਛੇਵੇਂ ਪਾਤਸ਼ਾਹ ਨੂੰ ਇਸੇ ਕੈਦਖਾਨੇ ਦੇ ਵਿੱਚ ਇਸੇ ਕਰਕੇ ਪਾਇਆ ਗਿਆ ਸੀ। ਪਰ ਜਦੋਂ ਬਾਬਾ ਬੁੱਢਾ ਸਾਹਿਬ ਜੀ ਸਿੱਖਾਂ ਦਾ ਜ਼ੋਰ ਪਿਆ,
ਔਰ ਆਪ ਜੀ ਜਾਣਦੇ ਹੋ ਭਾਈ ਜੇਠਾ ਜੀ ਗੁਰੂ ਸਾਹਿਬ ਦੇ ਪਿਆਰੇ ਸਿੱਖ, ਉਹਨਾਂ ਨੇ ਭਾਵੇਂ ਇਸ ਬਾਦਸ਼ਾਹ ਨੂੰ ਡਰਾਇਆ ਵੀ ਬੜਾ ਔਰ ਡਰਦਾ ਛੇਤੀ ਸੀ। ਫਿਰ ਸਾਈਂ ਮੀਆਂ ਮੀਰ ਆਪ ਚੱਲ ਕੇ ਆਉਂਦੇ ਨੇ ਕਿ ਜਦੋਂ ਬਾਦਸ਼ਾਹ ਕਹਿੰਦਾ ਕਿ ਸਾੜ ਸਤੀ ਹੈ, ਰੋਗੀ ਬੜਾ ਹੈ, ਅਸਲ ਵਿੱਚ ਰੋਗੀ ਕਹਿੰਦਾ ਸ਼ਰਾਬੀ ਬਹੁਤਾ ਸੀ, ਡਰਦਾ ਜ਼ਿਆਦਾ ਸੀ ਕਿ ਮੇਰਾ ਰੋਗ ਕਿਵੇਂ ਦੂਰ ਹੋਏ। ਤੇ ਸਾਈਂ ਮੀਆਂ ਮੀਰ ਜੀ ਕਹਿੰਦੇ ਜੇ ਅੱਲਾ ਨੂੰ ਕੈਦ ਕਰਕੇ ਰੱਖੇਗਾ ਖੁਦਾ ਨੂੰ, ਤੇ ਰੋਗੀ ਤੇਰਾ ਰੋਗ ਕਦੇ ਦੂਰ ਹੋ ਸਕਦਾ ਹੈ। ਕੌਣ ਅੱਲਾ? ਕਹਿੰਦੇ ਉਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਇੱਕ ਹਕੀਮ ਹੈ ਵਜੀਦ ਖਾਂ। ਇਹ ਪੰਜਵੇਂ ਪਾਤਸ਼ਾਹ ਦੇ ਸਮੇਂ ਤੋਂ ਗੁਰੂ ਘਰ ਦੇ ਸ਼ਰਧਾ ਦੇ ਅੰਦਰ ਸੀ, ਉਦੋਂ ਤੋਂ ਲੈ ਕੇ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ ਸੀ। ਹੈ ਪਠਾਨ, ਹੈ ਹਕੀਮ, ਪਰ ਇੱਕ ਜਲਧਰ ਦਾ ਐਸਾ ਇਹਨੂੰ ਰੋਗ ਲੱਗਾ ਸੀ, ਜਲੋਦਰ ਕਿਹਾ ਗਿਆ ਕਿ ਹਕੀਮ ਹੁੰਦਿਆਂ ਸੁਣਦਿਆਂ ਉਹ ਠੀਕ ਨਹੀਂ ਹੋਇਆ, ਪਰ ਪੰਜਵੇਂ ਪਾਤਸ਼ਾਹ ਦੇ ਦਰ 'ਤੇ ਗਿਆ ਔਰ ਮੇਰਾ ਵੈਦ ਗੁਰੂ ਗੋਬਿੰਦਾ ਐਸਾ ਉਹ ਦਾਰੂ ਦਿੱਤਾ ਕਿ ਹਰ ਹਰ ਨਾਮ ਔਖਦ ਮੁਖ ਦੇਵੇ, ਭਈ ਨਾਮ ਜਪਿਆ ਕਰ। ਉਹ ਦੁਆ ਵੀ ਕੰਮ ਕੀਤੇ, ਨਾਮ ਨੇ ਵੀ ਕੰਮ ਕੀਤਾ, ਉਹਦਾ ਰੋਗ ਠੀਕ ਹੋਇਆ। ਉਹ ਗੁਰੂ ਘਰ ਦਾ ਸ਼ਰਧਾਲੂ ਬਣਿਆ ਸੀ। ਉਹਨੇ ਬੜਾ ਜ਼ੋਰ ਲਾਇਆ, ਬਾਰ-ਬਾਰ ਕਿਹਾ। ਹੁਣ ਸਾਰਾ ਜ਼ੋਰ ਪੈਣ ਤੋਂ ਬਾਅਦ ਸਤਿਗੁਰੂ ਜੀ ਨੂੰ ਰਿਹਾ ਕੀਤਾ ਗਿਆ। ਛੇਵੇਂ ਪਾਤਸ਼ਾਹ ਜੀ ਰਿਹਾ ਹੋ ਕੇ ਭਾਵੇਂ ਫਿਰ ਬੇਨਤੀ ਕਰਦਾ ਕਿ ਸਮਾਂ ਡੇਟ ਅੱਗੇ ਪਿੱਛੇ ਸੀ, ਪਰ ਭਾਈ ਕਾਹਨ ਸਿੰਘ ਨਾਭਾ ਜੀ ਨੇ ਜ਼ਿਕਰ ਕੀਤਾ ਹੈ ਕਿ ਜਦੋਂ ਛੇਵੇਂ ਪਾਤਸ਼ਾਹ ਜੀ ਅੰਮ੍ਰਿਤਸਰ ਪਹੁੰਚੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਦੀਪਮਾਲਾ ਕਰਵਾਈ। ਘਰ ਘਰ ਦੇ ਵਿੱਚ ਦੀਵੇ ਜਗੇ। ਚਲੋ ਇਹ ਅੱਡੋ ਅੱਡ ਨਾ ਹੋਵੇ, ਇਹਨੂੰ ਦੀਵਾਲੀ ਦੇ ਨਾਲ ਜੋੜ ਲਿਆ ਗਿਆ, ਪਰ ਇਹ ਦੀਪਮਾਲਾ ਹੋਈ। ਔਰ ਛੇਵੇਂ ਪਾਤਸ਼ਾਹ ਦੇ ਸਮੇਂ ਉਹਨਾਂ ਦੇ ਕੁਝ ਹੁਕਮਨਾਮੇ ਵੀ ਨੇ, ਜਿੱਥੇ ਸੰਗਤਾਂ ਨੂੰ ਇਕੱਠਾ ਕਰਦੇ ਨੇ, ਹੁਕਮਨਾਮੇ ਲਿਖ ਕੇ ਭੇਜਦੇ ਨੇ ਵੀ ਦੀਪਮਾਲਾ ਵਾਲੇ ਦਿਨ ਸੰਗਤ ਇੱਥੇ ਇਕੱਠੀ ਹੋਵੇ। ਖੈਰ ਸਤਿਗੁਰੂ ਜੀ ਕਿਰਪਾ ਕਰਨ, ਇਹ ਦੀਪਮਾਲਾ ਕੀਤੀ ਗਈ। ਇਹ ਦੀਵਾਲੀ ਕੀ ਰਾਤ ਦੀਵੇ ਬਾਲੀਨ, ਇਹ ਸ਼ਬਦ ਅੱਜ ਪੜ੍ਹਿਆ ਜਾਣਾ ਹੈ। ਪਰ ਫਿਰ ਬੇਨਤੀ ਕਰਦਾ, ਇਹ ਦੀਵੇ ਬਾਲੀਨ, ਇਹ ਦੀਵੇ ਕੇਵਲ ਇੱਕ ਪ੍ਰਤੀਕ ਹੈ ਖੁਸ਼ੀ ਦਾ, ਕਿ ਦੇਖੋ ਰਾਮਚੰਦਰ ਜੀ ਆਏ, ਦੀਵੇ ਬਾਲੇ ਗਏ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਪਾਵਨ ਸ਼ਬਦ ਵਰਤਿਆ ਹੈ, ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਹੁਣ ਉਹ ਰਾਵਣ ਦੇ ਦੀਵਿਆਂ ਦੇ ਵਿੱਚੋਂ ਕੋਈ ਤੇਲ ਚੋਰੀ ਕਰਕੇ ਥੋੜ੍ਹੀ ਲੈ ਗਿਆ ਸੀ, ਉਹਦੇ ਦੀਵੇ ਕੋਈ ਚੁੱਕ ਕੇ ਲੈ ਗਿਆ ਸੀ ਜੀ। ਇੱਕ ਪ੍ਰਤੀਕ ਮੰਨਿਆ ਗਿਆ ਨਾ ਕਿ ਲਾਸ਼ਾ ਹੀ ਲਾਸ਼ਾ ਪਿਆ, ਕੋਈ ਬਚਿਆ ਹੀ ਨਹੀਂ। ਹੁਣ ਇਹ ਦੀਵੇ ਬਾਲਣਾ ਇਹ ਧਰਮ ਦੇ ਨਾਲ ਨਹੀਂ, ਇਹ ਕਹਿ ਲਈਏ ਕਿ ਸਾਡਾ ਇੱਕ ਕਲਚਰ ਹੈ। ਪਰ ਇਸੇ ਕਲਚਰ ਨੂੰ ਮੁੱਖ ਰੱਖ ਕੇ ਫਿਰ ਗੁਰੂ ਸਾਹਿਬ ਜੀ ਨੇ ਸਾਨੂੰ ਅੰਦਰ ਦਾ ਦੀਵਾ ਬਾਲਣ ਦੀ ਜਾਂਚ ਵੀ ਸਿਖਾਈ ਔਰ ਸਾਨੂੰ ਸਮਝਾਇਆ ਵੀ ਕਿ ਦੇਖੋ ਸਤਿਗੁਰ ਸ਼ਬਦ ਉਜਾਰੋ ਦੀਪਾ। ਉੱਥੇ 52 ਰਾਜਿਆਂ ਨੇ ਗੁਰੂ ਸਾਹਿਬ ਦਾ ਪੱਲਾ ਫੜਿਆ, ਉਹ 52 ਕਿਲੇ ਤੋਂ ਬਾਹਰ ਆ ਗਏ। ਤੇ ਇਹ ਜਿਹੜੇ ਸਰੀਰ ਦੇ ਵਿੱਚ ਅਸੀਂ ਬੈਠੇ, ਸਰੀਰ ਵੀ ਤੇ ਕੀੜਾ ਹੈ ਨਾ ਜੀ। ਇਸ ਕੀੜੇ ਦੇ ਵਿੱਚ ਸਾਨੂੰ ਕੈਦ ਕੀਤਾ ਕਾਮ ਨੇ, ਕ੍ਰੋਧ ਨੇ, ਲੋਭ ਮੋਹ ਹੰਕਾਰ ਨੇ। ਤੇ ਜੇ ਇਸ ਕੈਦ ਤੋਂ ਤੂੰ ਛੁੱਟਣਾ ਚਾਹੁੰਦਾ, ਫਿਰ ਸ਼ਬਦ ਦਾ ਪੱਲਾ ਫੜ। ਸਤਿਗੁਰੂ ਕਹਿੰਦੇ ਨੇ ਇਹ ਦੀਵਾ ਬਾਲ, ਸਤਿਗੁਰ ਸ਼ਬਦ ਉਜਾਰੋ ਦੀਪਾ। ਉਹਦੇ ਪਾਵਨ ਬਚਨ ਕਹੇ ਗੁਰਬਾਣੀ ਇਸ ਜਗ ਮਹਿ ਚਾਨਣ। ਤੇ ਨਾਲ ਕਹਿੰਦੇ ਨੇ ਕਰਮ ਵਸੈ ਮਨਿਆਏ, ਬਖਸ਼ਿਸ਼ ਨਾਲ ਅੰਦਰ ਵਸੇਗੀ। ਅੰਦਰ ਦਾ ਦੀਵਾ ਬਾਲ। ਗੁਰੂ ਸਾਹਿਬ ਜੀ ਨੂੰ ਪਾਵਨ ਸ਼ਬਦ ਫਿਰ ਦੁਹਰਾਦੇ ਕਹਿੰਦੇ ਨੇ ਬਿਨ ਤੇਲ ਦੀਵਾ ਕਿਉਂ ਜਲੇ। ਤੇਲ ਤੋਂ ਬਿਨਾਂ ਦੀਵਾ ਕਿਵੇਂ ਬਲੇ? ਤੇ ਸਤਿਗੁਰੂ ਜੀ ਕਹਿੰਦੇ ਨੇ ਬਲ ਸਕਦਾ ਹੈ, ਕਿਉਂਕਿ ਸਾਡੀ ਸਮਝ ਵਿੱਚ ਤਾਂ ਨਹੀਂ ਬਲ ਸਕਦਾ। ਦੀਵੇ ਦੇ ਵਿੱਚ ਤੇਲ ਨਾ ਹੋਵੇ ਤੇ ਬਲ ਸਕਦਾ ਹੈ ਜੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੂਤ ਦੱਸਦੇ ਨੇ ਵੀ ਬਲੇਗਾ, ਪਰ ਉਹ ਅੰਦਰ ਦਾ ਦੀਵਾ। ਤੇ ਜੇ ਅੰਦਰ ਦਾ ਨਹੀਂ ਬਲਿਆ, ਫਿਰ ਦੀਵਾਲੀ ਦੀ ਰਾਤ ਤੇ ਇੱਕ ਦਿਨ ਆਉਣੀ ਸਿਆਲ 'ਚ,
एक साल च ਇੱਕੋ ਵਾਰੀ ਆਉਣੀ है, फिर जिन्ने मर्जी बाली जा। उत्थे सतगुरु जी कहते ने पोथे प्राण कमाईए भौ वट्टी इत तन पाईए। ये तन रूपी देवे दे विच भौ दी वट्टी पा। अग किहड़ी लाईए जी? भौ दी वट्टी ते पा दित्ती ते अग किहड़ी लाईए? कहते सच बूझण आण जलाईए। सच की समझ जिहड़ी है ये अग है, ये अग ला। सच अपने कोल रख, सच हिरदे विच समा जे। कहते सच बूझण आण जलाईए। यह तेल दीवा यों जलै, कर चानण साहिब त्यों मिलै। अंदर दा चानण कर साहिब मालक रब मिलेगा। सतगुरु जी कृपा करन, भावे ये दिवाली की रात दीवे बालीन, इस दिवाली दे नाल ये संबंध नहीं रखता, पर यह दिवाली की रात दीवे बालन नूं किते मना भी नहीं किया। ये खुशी का प्रतीक है और ये खुशी का अज दिन है और इनू सांझे तौर पर मनाया गया। हिंदू वीर भी मनाते हैं, असीं भी मनाउने हैं और कह लिए कि अज तो हिंदुस्तान दे विच सारे मना रहे हैं। इस करके इस दिहाड़ी दी दिवाली अते बंदी छोड़ एक बार फिर सारिया संगतां नूं बहुत बहुत वधाई, लख लख वधाई। सारिया संगतां नूं जी आया, हुईयां भुल्लां दी खिमा। आओ एक 2 मिनट सिर्फ होर रसना दे नाल हाज़री लवाइए, फिर समाप्ति है। वाहेगुरु 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 वाहेगुरु। वाहेगुरु 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 वाहेगुरु। वाहिगुरु जी का खालसा, वाहिगुरु जी की फतेह।